ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਕਕਾਰਾਂ ਦੀ ਕੀ ਮਹੱਤਤਾ ਹੈ, ਸਿੱਖੀ ਦੀ ਕੀ ਸ਼ਾਨ ਹੈ, ਇਸ ਬਾਰੇ ਜਦੋਂ ਕੋਈ ਫਿਲਮ ਫੀਲਡ ਵਿੱਚ ਆਉਂਦੀ ਹੈ ਤਾਂ ਉਸਨੂੰ ਕਾਫੀ ਹੁੰਗਾਰਾ ਮਿਲਦਾ ਹੈ। ਪਰ ਅੱਜ ਕੱਲ ਕਈ ਇਹੋ ਜਿਹੀਆਂ ਫਿਲਮਾਂ ਦੇ ਟ੍ਰੇਜ਼ਰ ਜਾਂ ਟ੍ਰੇਲਰ ਵੀ ਸਾਹਮਣੇ ਆ ਰਹੇ ਨੇ ਜਿਨ੍ਹਾਂ ਵਿੱਚ ਸਿੱਖ ਕਕਾਰਾਂ ਨੂੰ ਅਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਜੇ ਅਸੀਂ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਯਾਰੀਆਂ 2 ਫਿਲਮ ਇਸ ਦਾ ਇੱਕ ਸੌਂਗ ਸਹੁਰੇ ਘਰ ਰਿਲੀਜ਼ ਹੋਇਆ 27 ਅਗਸਤ ਨੂੰ। ਹੁਣ ਤੱਕ ਇਸ ਗੀਤ ਦੇ ਉੱਤੇ 1.5 ਕਰੋੜ ਤੋਂ ਵੱਧ ਵਿਊ ਹੋ ਚੁੱਕੇ ਨੇ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਇਹ ਗੱਲ ਆਈ ਕਿ ਉਸ ਵਿੱਚ ਇੱਕ ਐਕਟਰ ਦੇ ਵੱਲੋਂ ਜਿਹਦੇ ਕਟਿੰਗ ਹੈ ਉਸਨੇ ਆਪਣੇ ਸਰੀਰ ਦੇ ਉੱਤੇ ਕਿਰਪਾਨ ਗਾਤਰੇ ਸਮੇਤ ਪਹਿਨੀ ਹੋਈ ਹੈ। ਇਸ ਸਾਰੇ ਮਾਮਲੇ ਤੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਸੰਗਤ ਦੀਆਂ ਸ਼ਿਕਾਇਤਾਂ ਆਈਆਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੋਗ ਕਾਰਵਾਈ ਕਰਦਿਆਂ ਇਸ ਤੇ ਕਾਫੀ ਤੀਸਰੀਜ਼ ਤੱਕ ਪਹੁੰਚ ਕਰਨ ਦੇ ਨਾਲ ਹੋਰ ਵੀ ਕਾਫੀ ਜਿਹੜੇ ਨੇ ਇਹੋ ਜਿਹੇ ਯਤਨ ਕਰਨੇ ਸ਼ੁਰੂ ਕਰ ਦਿੱਤੇ ਨੇ ਜਿਸ ਨਾਲ ਭਵਿੱਖ ਵਿੱਚ ਕਦੇ ਵੀ ਕੋਈ ਅਜਿਹਾ ਬਿਰਤਾਂਤ ਫਿਰ ਸਾਹਮਣੇ ਨਾ ਆਵੇ ਕਿ ਕੋਈ ਆਪਣੀ ਫੋਕੀ ਸ਼ੋਹਰਤ ਦੇ ਲਈ ਇੱਕ ਫਿਲਮ ਨੂੰ ਪ੍ਰਮੋਟ ਕਰਨ ਦੇ ਲਈ ਸਿੱਖ ਭਾਵਨਾਵਾਂ ਦੇ ਨਾਲ ਖਿਲਵਾੜ ਕਰੇ। ਇਸ ਸਾਰੇ ਮਾਮਲੇ 'ਤੇ ਅਸੀਂ ਵਿਸਥਾਰ ਦੇ ਨਾਲ ਗੱਲ ਕਰਾਂਗੇ ਕਿਉਂ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤੇ ਅਸੀਂ ਇਹਨਾਂ ਘਟਨਾਵਾਂ ਨੂੰ ਕਿਵੇਂ ਖਤਮ ਕਰ ਸਕਦੇ ਹਾਂ ਕਿ ਇਹ ਨਾ ਵਾਪਰਨ। ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਗੁਰਚਰਨ ਸਿੰਘ ਜੀ ਗਰੇਵਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਸਰ, ਜਿਵੇਂ ਮਾਮਲਾ ਸੰਖੇਪ ਵਿੱਚ ਮੈਂ ਵੀ ਦੱਸ ਦਿੱਤਾ ਹੈ, ਸੰਗਤ ਦੇ ਧਿਆਨ ਵਿੱਚ ਵੀ ਇਹ ਗੱਲ ਆ ਗਈ ਹੋਏਗੀ ਕਿਉਂਕਿ ਕਾਫੀ ਗੱਲ ਫੈਲ ਚੁੱਕੀ ਹੈ ਕਿਉਂਕਿ ਇੱਕ ਹੀਰੋ ਨੂੰ ਹੀ ਕਿਰਪਾਨ ਪਹਿਨਾ ਦਿੱਤੀ ਗਈ ਹੈ ਜਿਹਦੀ ਕਟਿੰਗ ਸੀ। ਤੁਸੀਂ ਸਭ ਤੋਂ ਪਹਿਲਾਂ ਇਸ ਮਾਮਲੇ ਨੂੰ ਕੀ ਕਹੋਗੇ, ਇਸ ਬਾਰੇ ਕਿੱਦਾਂ ਲੱਗਿਆ ਤੁਹਾਨੂੰ? ਦੇਖੋ, ਇਹ ਦੇਸ਼ ਦੇ ਲੋਕ ਆ ਜਿਹੜੇ ਖਾਸ ਤੌਰ ਤੇ ਜਿਹੜੇ ਸਿਆਸੀ ਰੁਤਬਿਆਂ ਤੇ ਬੈਠੇ ਲੋਕ ਆ, ਇਸ ਗੱਲ ਦੀ ਬੜੀ ਵੱਡੀ ਕਹਿੰਦੇ ਢੋਲ ਵਜਾ ਕੇ ਗੱਲ ਕਰਦੇ ਆ ਕਿ ਅਸੀਂ ਇਹ ਇੱਕ ਧਾਰਮਿਕ ਸੰਸਕਾਰੀ ਦੇਸ਼ ਆ ਤੇ ਅਸੀਂ ਆਪਣੀ ਧਰਮ ਦੀ ਗੱਲ ਕਿਸੇ ਨਾ ਕਿਸੇ ਢੰਗ ਰਾਹੀਂ ਬਾਹਰ ਦੱਸਣੀ ਚਾਹੁੰਦੇ ਆ ਤੇ ਆਪਣੇ ਆਪ ਨੂੰ ਅਸੀਂ ਮਹਾਨ ਬਣਾਉਣਾ ਚਾਹੁੰਦੇ ਆ। ਕੋਈ ਹਰਜ ਨਹੀਂ ਕਿਉਂਕਿ ਸਿੱਖਾਂ ਦੇ ਅਸੂਲ ਦੇ ਅੰਦਰ ਧਰਮ ਦੇ ਅਧੀਨ ਰਾਜਨੀਤੀ ਆ। ਜੇ ਕੋਈ ਕਰੇ ਤਾਂ ਚੰਗੀ ਗੱਲ ਆ, ਅਸੀਂ ਉਸ ਗੱਲ ਤੇ ਸਹਿਮਤ ਆ। ਪਰ ਜੋ ਕੁਝ ਹਾਲਾਤ ਬਣ ਰਹੇ ਨੇ, ਇਹ ਜਿਹੜੇ ਫਿਲਮਾਂ ਵਾਲਿਆਂ ਨੇ ਇੱਕ ਨਵਾਂ ਟ੍ਰੈਂਡ ਜਿਹੜਾ ਸ਼ੁਰੂ ਕਰ ਦਿੱਤਾ, ਇਹ ਬਹੁਤ ਮਾੜਾ ਹੈ। ਮੈਂ ਅੱਜ ਜਿਹੜੀ ਗੱਲ ਕਰਨ ਲੱਗਿਆ ਇਹ ਇਕੱਲੇ ਸਿੱਖੀ ਦੇ ਮਸਲੇ 'ਚ ਨਹੀਂ ਹੈ, ਮੈਂ ਕਹਿੰਦਾ ਸਾਰੇ ਧਰਮਾਂ ਦੇ ਬਾਰੇ 'ਚ ਆ। ਕਦੇ ਕਿਸੇ ਮੁਸਲਮਾਨ ਪੀਰ ਪਗੰਬਰ ਦੇ ਖਿਲਾਫ ਕੋਈ ਗੱਲ ਹੋ ਜਾਂਦੀ ਆ ਜਾਂ ਹਿੰਦੂ ਦੇਵੀ ਦੇਵਤਿਆਂ ਦੇ ਖਿਲਾਫ ਗੱਲ ਹੋ ਜਾਂਦੀ ਆ, ਉਹਦੇ ਨਾਲ ਭੜਕਾੜ ਪੈਦਾ ਹੁੰਦੀ ਆ, ਸਿਨੇਮੇ ਤੋੜੇ ਜਾਂਦੇ, ਅੱਗਾਂ ਲਾਈਆਂ ਜਾਂਦੀਆਂ। ਉਹਦਾ ਮੇਨ ਮਕਸਦ ਕੀ ਹੁੰਦਾ ਕਿ ਉਹ ਜੀ ਆਪਣੀ ਫਿਲਮ ਦੀ ਪ੍ਰਮੋਸ਼ਨ ਕਰ ਰਹੇ ਆ ਜੀ। ਤੋ ਅਸੀਂ ਚਾਹਾਂਗੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇਹ ਕਹਿੰਦੇ ਆ ਕਿ ਕੋਈ ਵੀ ਧਰਮ ਦੇ ਖਿਲਾਫ ਇਸ ਤਰ੍ਹਾਂ ਦੀ ਗੱਲ ਹੁੰਦੀ ਆ, ਸਾਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਇਸ ਗੱਲ ਦੇ ਆਵਾਜ਼ ਬੁਲੰਦ ਕਰਨੀ ਚਾਹੀਦੀ ਆ। ਬੜਾ ਸਸਤਾ ਫਾਰਮੂਲਾ ਲੱਭ ਲਿਆ ਗਿਆ ਕਿ ਧਰਮ ਦੇ ਖਿਲਾਫ ਗੱਲ ਕਰੋ ਤੇ ਟਿੱਪਣੀ ਕਰੋ ਤੇ ਵਿਵਾਦ ਪੈਦਾ ਕਰੋ ਤੇ ਫਿਲਮ ਦਾ ਪ੍ਰਮੋਸ਼ਨ ਕਰੋ। ਮੈਂ ਹੈਰਾਨ ਆ ਇਸ ਗੱਲ ਤੇ ਕਿ ਇਸ ਮੌਕੇ ਤੇ ਜਿਹੜੇ ਲੋਕਾਂ ਨੇ ਇਹ ਗੱਲ ਕੀਤੀ ਹੈ ਉਹਨਾਂ ਨੇ ਤਾਂ ਰਸਤਾ ਲੱਭਿਆ। ਸਰਕਾਰਾਂ ਇਸ ਗੱਲ ਲਈ ਬਿਲਕੁਲ ਸ਼ਾਂਤ ਬੈਠੀਆਂ ਨੇ, ਅੱਖਾਂ ਬੰਦ ਕਰਕੇ ਬੈਠੀਆਂ ਨੇ, ਮੂੰਹ ਤੇ ਟੇਪ ਲਾ ਕੇ ਮੌਨ ਧਾਰ ਕੇ ਬੈਠੀਆਂ ਨੇ ਕਿ ਇਸ ਦੇਸ਼ ਦੇ ਅੰਦਰ ਧਰਮ ਦਾ ਖਿਲਵਾੜ ਹੋ ਰਿਹਾ। ਅੱਜ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਯਾਰੀਆਂ ਫਿਲਮ ਦਾ, ਤੇ ਇਸ ਦੇ ਵਿੱਚ ਉਹਨਾਂ ਨੇ ਇੱਕ ਟ੍ਰੇਲਰ ਜਾਰੀ ਕੀਤਾ ਤੇ ਇਹ ਸ਼ਰੇਆਮ ਇਹ ਗੱਲ ਦਿਖਾਈ ਦਿੰਦੀ ਆ ਕਿ ਇਹ ਟ੍ਰੇਲਰ ਦਾ ਮਤਲਬ ਇਹ ਹੈ ਕਿ ਸਿੱਖੀ ਦੇ ਭਾਵਨਾ ਨਾਲ ਜੁੜਿਆ ਮੁੱਦਾ ਜਿਹੜਾ ਵਾ 5 ਕਕਾਰ ਹੈ। ਕਕਾਰਾਂ ਦੇ ਵਿੱਚ ਇੱਕ ਕਿਰਪਾਨ ਹੈ ਜਿਹੜੀ ਕਿ ਗਾਤਰੇ ਨਾਲ ਸ੍ਰੀ ਸਾਹਿਬ ਦੇ ਤੌਰ ਤੇ ਪਹਿਨੀ ਜਾਂਦੀ ਆ, ਇੱਕ ਸਾਡੇ ਸਰੀਰ ਦਾ ਇੱਕ ਅੰਗ ਹੈ ਤੇ ਉਸ ਨੂੰ ਪਾ ਕੇ ਇਹਨਾਂ ਨੇ ਵਿਵਾਦ ਪੈਦਾ ਕੀਤਾ ਗਿਆ। ਇਹਨਾਂ ਨੇ ਇੰਨੀ ਜ਼ੁਰਤ ਕਿਵੇਂ ਕਰ ਲਈ ਆ? ਸਾਨੂੰ ਇਸ ਗੱਲ ਲਈ ਅੱਜ ਫਿਕਰਮੰਦੀ ਹੈ ਕਿ ਕੱਲ ਕੋਈ ਗਦਰ ਵਾਲਾ ਉੱਠਦਾ ਤੇ ਅੱਜ ਯਾਰੀਆਂ ਵਾਲਾ ਉੱਠਦਾ, ਪਰਸੋਂ ਨੂੰ ਕੋਈ ਹੋਰ ਉੱਠੇਗਾ ਜਿਹੜਾ ਸਿੱਖਾਂ ਦੇ ਭਾਵਨਾ ਨਾਲ ਖਿਲਵਾੜ ਕਰੇਗਾ। ਕੋਈ ਗੁਰਦੁਆਰੇ 'ਚ ਡਾਂਸ ਕਰਾ ਰਿਹਾ, ਕੋਈ ਗੁਰਦੁਆਰੇ ਰਮਾਂਸ ਕਰ ਰਿਹਾ। ਕੋਈ ਗੁਰਦੁਆਰੇ ਦੀ ਇੱਕ ਮਰਜ਼ਾਦਾ ਹੁੰਦੀ ਆ ਤੇ ਕਕਾਰਾਂ ਦੀ ਤੇ ਰਹਿਤ ਦੀ ਜਿਹੜੀ ਆ ਸਿੱਖਾਂ ਦੇ ਉਹ ਮਰਜ਼ਾਦਾ ਵਾ, ਕਦੇ ਇਤਿਹਾਸ ਨਾਲ ਖਿਲਵਾੜ ਹੁੰਦਾ। ਇਸ ਕਰਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਐਡਵੋਕੇਟ ਰਜਿੰਦਰ ਸਿੰਘ ਧਾਮੀ ਸਾਹਿਬ ਨੇ ਇਸ ਲਈ ਸਖਤ ਜਿਹੜਾ ਰੁਖ ਅਖਤਿਆਰ ਕੀਤਾ। ਉਹਨਾਂ ਦੇ ਖਿਲਾਫ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ। ਤੋ ਇਹ ਗੱਲ ਮੈਂ ਇਦੋਂ ਗਾਂ ਇੱਕ ਹੋਰ ਗੱਲ ਆ ਗਈ ਆ ਕਿ ਇੱਕ ਕਹਿੰਦੇ ਚੋਰੀ ਤੇ ਦੂਜੀ ਕਿਤੇ ਸੀਨਾ ਚੋਰੀ। ਉਹ ਚੋਰੀ ਕੀਤੀ ਆ ਉਹਨਾਂ ਨੇ, ਸ਼ਰੇਆਮ ਪਤਾ ਲੱਗਦਾ ਕਿ ਜਿਹੜਾ ਕੁਝ ਕੀਤਾ ਜਾ ਰਿਹਾ ਤੇ ਉਤੋਂ ਜਿਹੜੀ ਆ ਇਹ ਤੇ ਹੋਰ ਇੱਕ ਜੁਰਮ ਕਰ ਰਹੇ ਨੇ ਉਹ ਜਿਹੜੇ ਉਹਨਾਂ ਦੇ ਡਾਇਰੈਕਟਰ ਆ ਜਾਂ ਬੋਲ ਰਹੇ ਨੇ ਕਿ ਇਹ ਤਾਂ ਜੀ ਖੁਖਰੀ ਪਾਈ ਆ। ਸੋ ਅਸੀਂ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਸਾਨੂੰ ਸਾਰਾ ਕੁਝ ਪਤਾ ਹੈ। ਜਿੱਦਣ ਇਹ ਗੱਲ ਤੁਹਾਨੂੰ ਅਸੀਂ ਦੱਸਣ ਲੱਗੇ ਨਾ ਕਿ ਇਹ ਸ੍ਰੀ ਸਾਹਿਬ ਆ ਕਿ ਇਹ ਖੁਖਰੀ ਆ ਤੇ ਫਿਰ ਤੁਹਾਨੂੰ ਨਾਨੀ ਯਾਦ ਆ ਗਏ ਜੀ। ਗੱਲ ਮੇਰੇ ਸ਼ਬਦ ਜਿਹੜੇ ਆ ਸਖਤ ਨੇ। ਤੋ ਅਸੀਂ ਇਸ ਕਰਕੇ ਇਹ ਜਿਹੜਾ ਇਹਨਾਂ ਦੀ ਕੀਤੀ ਕਾਰਵਾਈ ਹੈ ਤੇ ਨਾਲ ਖਿਲਾਫ ਮੈਂ ਠੀਕ ਆ ਕਿ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਸ ਗੱਲ ਲਈ ਹੁਕਮ ਜਾਰੀ ਕਰ ਦਿੱਤੇ ਨੇ, ਮੈਂ ਇਸ ਗੱਲ ਦਾ ਵੀ ਵਿਸ਼ੇਸ਼ ਕਰਕੇ ਜ਼ਿਕਰ ਕਰਦਾ ਕਿ ਬੀਜੇਪੀ ਦੇ ਇੱਕ ਸਿੱਖ ਆਗੂ ਆਰਪੀ ਸਿੰਘ
ਉਹਨਾਂ ਨੇ ਇਸ ਗੱਲ ਦਾ ਨੋਟਿਸ ਜ਼ਰੂਰ ਲਿਆ, ਪਰ ਅਸੀਂ ਇਸ ਗੱਲ ਦਾ ਧੰਨਵਾਦ ਕਰਦੇ ਹਾਂ, ਪਰ ਕਾਰਵਾਈ ਕਿਉਂ ਨਹੀਂ ਕੀਤੀ? ਪਿਛਲੇ ਲੰਬੇ ਸਮੇਂ ਤੋਂ ਇਸ ਬਾਰੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਜਿਹੜੇ ਵਿਚਾਰ ਹੈ ਉਹ ਦਿੰਦੀ ਆ ਰਹੀ ਆ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਬਹੁਤ ਵਾਰ ਉਹਦੇ 'ਚੋਂ ਇੱਕ ਵਾਰ ਦਾ ਮਤਾ ਜਿਹੜਾ ਕਿ 2016 ਦੇ ਵਿੱਚ ਜਿਹੜਾ ਕਿ ਇਹ ਮਤਾ ਜਿਹੜਾ ਜਾਰੀ ਕੀਤਾ ਗਿਆ ਤੇ ਸਰਕਾਰ ਨੂੰ ਭੇਜਿਆ ਗਿਆ ਕਿ ਜਿਹੜਾ ਸੈਂਸਰ ਬੋਰਡ ਆ, ਹੁਣ ਮੈਨੂੰ ਇਹ ਦੱਸੋ ਕਿ ਸੈਂਸਰ ਬੋਰਡ ਜਿਹੜਾ ਵਾ ਉਹ ਖਾਲੜਾ ਸਾਹਿਬ ਦੀ ਫਿਲਮ ਤੇ 21 ਕੱਟ ਲਾਉਣ ਦੇ ਲਈ ਤਾਂ ਬਹੁਤ ਚਕੰਨਾ, ਕੀ ਉਹਨੂੰ ਦਿਖਾਈ ਨਹੀਂ ਦੇ ਰਿਹਾ ਕਿ ਸਿੱਖਾਂ ਦੀ ਭਾਵਨਾ ਨਾਲ ਜੁੜਿਆ ਜਿਹੜਾ ਸ੍ਰੀ ਸਾਹਿਬ ਵਾਲਾ ਮੁੱਦਾ ਵਾ, ਇਹ ਅੱਖਾਂ ਮੂੰਦ ਕੇ ਬੈਠੇ ਨੇ। ਇੱਥੇ ਸਿਰਫ ਪੈਸੇ ਦਾ ਖੇਲ ਆ ਤੇ ਅਸੀਂ ਇਸ ਗੱਲ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦੇ, ਇਹਦੇ ਖਿਲਾਫ ਅਸੀਂ ਡਟ ਕੇ ਕਾਰਵਾਈ ਕਰਾਂਗੇ। ਜੀ, ਹੁਣ ਤੱਕ ਕੀ ਕਾਰਵਾਈ ਹੋ ਚੁੱਕੀ ਹੈ ਜਾਂ ਕੋਈ ਗੱਲਬਾਤ ਹੋਈ ਉਹਨਾਂ ਦੇ ਨਾਲ? ਸਾਡਾ ਉਹਨਾਂ ਦੇ ਨਾਲ ਗੱਲ ਕਰਨੀ ਕੋਈ ਜ਼ਰੂਰੀ ਨਹੀਂ ਜੀ। ਪਹਿਲਾਂ ਇਹ ਗੱਲਾਂ ਕਰਦੇ ਹੁੰਦੇ ਸੀ ਕਿ ਜੀ ਅਸੀਂ ਇੱਕ ਟਵੀਟ ਪਾਤਾ ਤੇ ਅਸੀਂ ਕਿਸੇ ਦੀ ਧਾਰਮਿਕ ਭਾਵਨਾ ਨਾਲ ਖਿਲਵਾੜ ਹੋਇਆ, ਅਸੀਂ ਉਸ ਦੇ ਵਿੱਚ ਜਿਹਨਾਂ ਮਾਫੀ ਮੰਗਦੇ ਆ। ਸਾਨੂੰ ਇਸ ਗੱਲ ਦੀ ਕੋਈ ਲੋੜ ਨਹੀਂ। ਕਾਰਨ ਕੀ ਆ ਵੀ ਇਹ ਜਿਹੜਾ ਕਾਂਡ ਹੋ ਰਿਹਾ ਇਹ ਬਿਲਕੁਲ ਠੀਕ ਆ। ਕਿਸੇ ਇਤਿਹਾਸਕ ਘਟਨਾ ਦੇ ਵਿੱਚ ਕੋਈ ਕੰਮ ਕਰਦੇ ਆ ਜਾਂ ਗੱਲ ਕਰਦੇ ਆ, ਕੋਈ ਕੁਤਾਹੀ ਹੋ ਜਾਵੇ ਅਣਜਾਣੇ ਵਿੱਚ, ਉਸ ਗੱਲ ਦੇ ਬਾਰੇ ਵਿਚਾਰ ਕੀਤੀ ਜਾ ਸਕਦੀ ਆ। ਇਹਦਾ ਕੰਮ ਹੀ ਇਹ ਹੋ ਗਿਆ ਕਿ ਪੀਰਾਂ ਪੈਗੰਬਰਾਂ ਦੇ ਖਿਲਾਫ ਜਾਂ ਸਿੱਖੀ ਦੇ ਕਿਸੇ ਮਰਜ਼ਾਦਾ ਦੇ ਖਿਲਾਫ ਤੁਸੀਂ ਚੱਕੋ ਤੇ ਆਪਣੀ ਫਿਲਮ ਦਾ ਪ੍ਰਮੋਸ਼ਨ ਕਰੋ। ਮੈਂ ਹੈਰਾਨ ਹਾਂ ਇਸ ਗੱਲ ਤੇ। ਮੈਂ ਮੋਦੀ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਉਹ ਇੱਕ ਆਪਣੇ ਆਪ ਨੂੰ ਇੱਕ ਧਾਰਮਿਕ ਵੱਡੇ ਆਗੂ ਮੰਨਦੇ ਨੇ ਤੇ ਇਸ ਦੇਸ਼ ਦੀ ਸੰਸਕ੍ਰਿਤੀ, ਧਾਰਮਿਕ ਸੰਸਕ੍ਰਿਤੀ ਨੂੰ ਪ੍ਰਮੋਟ ਵੀ ਕਰਨਾ ਚਾਹੁੰਦੇ ਆ ਤੇ ਅੱਗੇ ਲਿਜਾਣਾ ਚਾਹੁੰਦੇ ਆ। ਕਹਿੰਦੇ ਵੀ ਦੁਨੀਆ ਦੇ 1 ਨੰਬਰ ਤੌਰ ਤੇ ਬਣਨਾ ਸੀ ਆਪਣੇ ਸੰਸਕਾਰ ਤੌਰ ਤੇ। ਮੋਦੀ ਸਾਹਿਬ, ਤੁਹਾਡੀ ਸਰਕਾਰ ਦੇ ਅੰਡਰ ਤੁਹਾਡਾ ਜਿਹੜਾ ਸੈਂਸਰ ਬੋਰਡ ਆ ਉਹ ਅੱਜ ਕੀ ਕਰ ਰਿਹਾ? ਉਹ ਅੱਜ ਧਰਮ ਦੇ ਨਾਲ ਖਿਲਵਾੜ ਕਰ ਰਿਹਾ ਤੇ ਉਹ ਤੋਂ ਫਿਲਮਾਂ ਪ੍ਰਮੋਸ਼ਨ ਹੋ ਰਹੀਆਂ ਨੇ। ਇਸ ਤੋਂ ਵੱਡੀ ਸ਼ਰਮਨਾਕ ਗੱਲ ਸਾਡੀ ਦੇਸ਼ ਦੀ ਸੰਸਕ੍ਰਿਤੀ ਲਈ ਹੋਰ ਕੋਈ ਨਹੀਂ ਹੋ ਸਕਦੀ। ਤੋ ਜਿੱਥੇ ਅਸੀਂ ਆਰਪੀ ਸਿੰਘ ਉਹਨਾਂ ਦਾ ਇਹ ਸਵਾਗਤ ਵੀ ਕਰਦੇ ਹਾਂ, ਹੋਰ ਵੀ ਪਾਰਟੀਆਂ ਨੇ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹੋਰ ਵੀ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ। ਮੈਂ ਚਾਹੁੰਦਾ ਕਿ ਸਿੱਖ ਜਿਹੜਾ ਆਵਾਮ ਹੈ, ਸਿੱਖ ਜਥੇਬੰਦੀਆਂ ਇਹਦੇ ਲਈ ਇਕਸੁਰ ਹੋਣ, ਉੱਚੀ ਆਵਾਜ਼ ਉਠਾਉਣ ਤਾਂ ਕਿ ਇਹਨਾਂ ਨੂੰ ਨੱਥ ਪਾਈ ਜਾ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਜ਼ਿੰਮੇਵਾਰੀਆਂ ਨੂੰ ਸਹੀ ਤੌਰ ਤੇ ਨਿਭਾਉਂਦਿਆਂ ਹੋਇਆਂ ਇਸ ਦੇ ਲਈ ਅਸੀਂ ਕਾਨੂੰਨੀ ਤੌਰ ਤੇ ਜਿਹੜੀ ਦਰਖਾਸਤ ਦੇ ਚੁੱਕੇ ਹਾਂ। ਅਸੀਂ ਇਹਨਾਂ ਤੇ ਜਿਹੜੀ ਕਾਨੂੰਨੀ ਬਣਦੀ ਕਾਰਵਾਈ ਆ ਉਹ ਕਰਾ ਕੇ ਹੀ ਅਸੀਂ ਦਮ ਲਵਾਂਗੇ। ਦਰਖਾਸਤ ਦਿੱਤੀ ਜਾ ਚੁੱਕੀ ਹੈ, ਕਾਰਵਾਈ ਦੀ ਹੁਣ ਉਡੀਕ ਹੈ। ਪਰ ਇੱਕ ਸਰ ਮੈਂ ਤੁਹਾਡੇ ਨਾਲ ਗੱਲ ਜ਼ਰੂਰ ਕਰਨਾ ਚਾਹਾਂਗੀ ਕਿ ਚਲੋ ਇਹ ਤਾਂ ਸਾਹਮਣੇ ਆ ਗਿਆ ਕਿ ਬਿਲਕੁਲ ਹੀ ਸਪਸ਼ਟ ਉਹਨੇ ਕਿਰਪਾਨ ਪਾਈ ਹੋਈ ਹੈ, ਸਿਰ ਦੀ ਕਟਿੰਗ ਹੈ, ਬਟ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਨੇ ਤੇ ਵਾਰ-ਵਾਰ ਇਹ ਗੱਲ ਦੁਹਰਾਈ ਜਾਂਦੀ ਹੈ ਕਿ ਸਿੱਖ ਕਕਾਰ ਜਿਹੜੇ ਨੇ ਉਹ ਅੰਮ੍ਰਿਤਧਾਰੀ ਜਿਹੜਾ ਸਿੱਖ ਹੈ ਉਹ ਹੀ ਪਹਿਨ ਸਕਦਾ ਹੈ। ਵਾਰ-ਵਾਰ ਇਹ ਗੱਲਾਂ ਸਾਹਮਣੇ ਰੱਖਣ ਦੇ ਬਾਵਜੂਦ, ਵਾਰ-ਵਾਰ ਸਪਸ਼ਟੀਕਰਨ ਦੇਣ ਦੇ ਬਾਵਜੂਦ ਅਕਸਰ ਇਹੋ ਜਿਹੀਆਂ ਘਟਨਾਵਾਂ ਕਿਉਂ ਸਾਹਮਣੇ ਆਉਂਦੀਆਂ ਰਹਿੰਦੀਆਂ? ਤੁਸੀਂ ਕੀ ਸਮਝਦੇ ਹੋ? ਦੇਖੋ, ਮੈਂ ਜਿਹੜੀ ਪਹਿਲਾਂ ਜ਼ਿਕਰ ਕੀਤਾ ਸੀ ਕਿ ਇਹ ਫਿਲਮਾਂ ਵਾਲੇ ਤਾਂ ਆਪਣੀ ਵਪਾਰ ਧਰਮ ਨੂੰ ਖਿਲਵਾੜ ਕਰਕੇ ਆਪਣਾ ਵਪਾਰ ਬਣਾ ਰਹੇ ਆ, ਪਰ ਇਹਦੇ ਨਾਲ ਦੀ ਨਾਲ ਸਰਕਾਰਾਂ ਦਾ ਇੱਕ ਰਵੱਈਆ ਜਿਹੜਾ ਵਾ ਪਿਛਲੇ ਦਿਨਾਂ ਤੋਂ ਬੜਾ ਮਾੜਾ ਦਿਖਾਈ ਦੇ ਰਿਹਾ ਜੀ। ਇੱਥੇ ਬਹੁਤ ਲੰਬਾ ਸਮਾਂ ਕਾਂਗਰਸ ਨੇ ਰਾਜ ਕੀਤਾ ਤੇ ਕਾਂਗਰਸ ਨੇ ਜੋ ਕੁਝ ਸਾਡੇ ਨਾਲ ਕੀਤਾ, ਦਰਬਾਰ ਸਾਹਿਬ ਤੇ ਹਮਲਾ, ਅਕਾਲ ਤਖਤ ਨੂੰ ਢਾਉਣ ਦੀ ਗੱਲ, ਸਿੱਖਾਂ ਦਾ ਕਤਲੇਆਮ ਕੀਤਾ, ਇਸ ਲੋਕਤੰਤਰ ਦੇ ਮੱਥੇ ਤੇ ਕਲੰਕ ਆ। ਅੱਜ ਵੀ ਉਹ ਲੋਕ ਜੇਲ੍ਹਾਂ 'ਚ ਬੰਦ ਰਹੇ, ਸਾਰਾ ਕੁਝ ਆ। ਤੇ ਉਸ ਤੋਂ ਬਾਅਦ ਸਾਨੂੰ ਲੱਗਦਾ ਸੀ ਕਿ ਮੋਦੀ ਸਾਹਿਬ ਜਿਹੜੀ ਆ ਬੀਜੇਪੀ ਦੀ ਸਰਕਾਰ ਆ, ਇਸ ਗੱਲ ਲਈ ਥੋੜੀ ਫਿਕਰਮੰਦ ਹੋਏਗੀ। ਠੀਕ ਹੈ, ਸਾਡੀ ਕੁਝ ਦੇਰ ਸਾਂਝ ਰਹੀ, ਇੱਕ ਚੰਗੇ ਫੈਸਲੇ ਵੀ ਹੋਏ, ਉਹਦਾ ਅਸੀਂ ਇਸ ਤੋਂ ਗੱਲ ਤੋਂ ਮੁੱਕਰਦੇ ਨਹੀਂਗੇ। ਪਰ ਅੱਜ ਵੱਡੀ ਪੱਧਰ ਤੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਟਰੋਲ ਕੀਤਾ ਜਾ ਰਿਹਾ। ਉਹਦਾ ਇੱਕ ਉਦਾਹਰਣ ਹੈ ਕਿ ਇੱਥੇ ਜਦੋਂ ਤੁਹਾਨੂੰ ਪਤਾ ਹੀ ਹੈ ਕਿ ਇੱਕ ਬੱਚੀ ਜਿਹੜੀ ਹੈ ਜਿਹਦੇ ਫੇਸ ਦੇ ਉੱਤੇ 3 ਰੰਗ ਲਾਏ ਹੋਏ ਸੀ ਤੇ ਉਸ ਦੀ ਕਿਸ ਤਰ੍ਹਾਂ ਦੀ ਬਣਤਰ ਬਣਾਈ ਗਈ, ਕਿਸ ਤਰ੍ਹਾਂ ਦਾ ਹਊਆ ਕ੍ਰੀਏਟ ਕੀਤਾ ਗਿਆ। ਅੱਜ ਮੈਂ ਇਹ ਗੱਲ ਕਰਦਾ ਕਿ ਦੇਸ਼ ਦੇ ਕਿੰਨੇ ਹਿੰਦੂ ਮੰਦਰ ਆ ਜਿਹੜੇ ਉਹਨਾਂ ਨੇ ਬਾਹਰ ਲਿਖ ਕੇ ਲਾ ਦਿੱਤਾ ਕਿ ਇੱਥੇ ਦੇ ਜਿਹੜਾ ਪਹਿਰਾਵਾ ਵਾ ਉਹ ਜਿਹੜਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਆਹ ਚੀਜ਼ ਨਹੀਂ ਹੋਣੀ ਚਾਹੀਦੀ। ਤੇ ਜੇ ਦਰਬਾਰ ਸਾਹਿਬ 'ਚ ਇਹ ਗੱਲ ਕਹਿਤੀ ਤੇ ਉਹਨੂੰ ਇੱਕ ਵੱਡਾ ਇਸ਼ੂ ਬਣਾ ਦਿੱਤਾ ਗਿਆ, ਜਦੋਂ ਕਿ ਇਦੋਂ ਵੱਡਾ ਜਿਹੜਾ ਕਹਿੰਦੇ ਹੁੰਦੇ ਆ ਲੋਕਾਂ ਦੇ ਲਈ ਇੱਕ ਵਧੀਆ ਕਹਿੰਦਾ ਦਾ ਮੈਸੇਜ ਨਹੀਂ ਹੋ ਸਕਦਾ ਕਿ ਕੋਈ ਵੀ ਇੱਥੇ ਆ ਸਕਦਾ, ਕੋਈ ਧਰਮ ਦਾ, ਕੋਈ ਜਾਤ ਦਾ, ਪਾਤ ਦਾ, ਕੋਈ ਵੀ ਆ ਸਕਦਾ। ਪਰ ਸਾਨੂੰ ਇਸ ਗੱਲ ਲਈ ਟਰੋਲ ਕੀਤਾ ਗਿਆ ਤੇ ਬੜੀ ਵੱਡੀ ਇੱਕ ਸਾਜ਼ਿਸ਼ ਬਣਾ ਦਿੱਤੀ ਗਈ। ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਅਰਸ਼ਦੀਪ ਸਿੰਘ ਇੱਕ ਕਹਿ ਛੱਡ ਦਿੰਦਾ ਤੇ ਉਹਨੂੰ ਪਾਕਿਸਤਾਨੀ ਟਾਊਟ ਬਣਾ ਦਿੱਤਾ ਜਾਂਦਾ ਤੇ ਉਹਨੇ ਕਿੰਨੇ ਮੈਚ ਜਿਤਾਏ ਉਹਦਾ ਜ਼ਿਕਰ ਨਹੀਂ ਕੀਤਾ ਜਾਂਦਾ। ਇਹ ਚੀਜ਼ਾਂ ਬਾਰੇ ਅਸੀਂ ਪਿਛਲੇ ਦਿਨੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਵਿਸ਼ੇਸ਼ ਕਰਕੇ ਸਾਡੇ ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਤੇ ਇਹ ਜਿਹੜੀਆਂ ਕੁਝ ਸਾਈਟਾਂ ਜਿਹੜੀਆਂ ਚੱਲ ਰਹੀਆਂ, ਜਿਹੜੀਆਂ ਹਰ ਰੋਜ਼ ਬੇਲੋੜਾ ਵਿਵਾਦ ਪੈਦਾ ਕਰਕੇ ਸਿੱਖਾਂ ਨੂੰ ਬਦਨਾਮ ਕਰ ਰਹੀਆਂ, ਉਹਨਾਂ ਨੂੰ ਨਹੀਂ ਰੋਕਿਆ ਜਾ ਰਿਹਾ, ਜਿਹੜਾ ਕਿ ਰੋਕਣਾ ਚਾਹੀਦਾ।
ਬਹੁਤ ਸਾਰੇ ਚੈਨਲ ਬੰਦ ਕਰ ਦਿੱਤੇ ਜਾਂਦੇ ਨੇ, ਸਰਕਾਰ ਆਪਣਾ ਅਧਿਕਾਰ ਵਰਤਦੀ ਹੈ। ਤੇ ਫਿਰ ਇਹਨਾਂ ਨੂੰ ਜਦੋਂ ਅਸੀਂ ਦੱਸਿਆ ਵਾ, ਸਬੂਤ ਦੇ ਸਹਿਤ ਦੱਸਿਆ, ਵੀਡੀਓ ਭੇਜ ਕੇ ਦੱਸਿਆ, ਇਹਦਾ ਮਤਲਬ ਇਹ ਹੈ ਕਿ ਸਰਕਾਰਾਂ ਦੀ ਮਨਸ਼ਾ ਵੀ ਇਸ ਗੱਲ ਦੇ ਵਿੱਚ ਸ਼ਾਮਲ ਹੈ। ਤੋਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਧਰਮ ਦਾ ਖਿਲਵਾੜ ਕਰਨਾ ਬਹੁਤ ਵੱਡਾ ਗੁਨਾਹ ਹੈ, ਤੇ ਜੇ ਉਸ ਖਿਲਵਾੜ ਨੂੰ ਅੱਖਾਂ ਮੀਚ ਕੇ ਤੁਸੀਂ ਸਪੋਰਟ ਕਰ ਰਹੇ ਹੋ ਤੇ ਉਸ ਤੋਂ ਵੀ ਵੱਡਾ ਗੁਨਾਹ ਹੈ। ਸੋ ਦੇਸ਼ ਦਾ ਇੱਕ ਨਾਗਰਿਕ ਹੋਣ ਦੇ ਨਾਤੇ ਉਸ ਦੇ ਜਿਹੜੇ ਮਨੁੱਖੀ ਅਧਿਕਾਰ ਨੇ ਉਹਨਾਂ ਦੇ ਬਾਰੇ ਜੇ ਸਰਕਾਰ ਨਹੀਂ ਸੋਚੇਗੀ ਤਾਂ ਬਹੁਤ ਮਾੜੀ ਗੱਲ ਹੈ। ਅਸੀਂ ਆਸ ਕਰਦੇ ਹਾਂ ਸਰਕਾਰ ਤੋਂ ਕਿ ਇਹਨਾਂ ਗੱਲਾਂ ਕਰਕੇ ਸਰਕਾਰ ਜਾਗੇ, ਧਰਮ ਦੇ ਨਾਲ ਹੋ ਰਹੇ ਖਿਲਵਾੜ ਦੇ ਲਈ ਫਿਲਮਾਂ ਪ੍ਰਮੋਸ਼ਨ ਕਰਨ ਦਾ ਰੁਝਾਨ ਜਿਹੜਾ ਬੰਦ ਕਰੇ, ਜਿਹਦੇ ਨਾਲ ਜਿਹੜੇ ਲੋਕ ਧਰਮ ਨੂੰ ਪਿਆਰ ਕਰਦੇ ਆ ਉਹਨਾਂ ਦੇ ਮਨ ਦੇ ਅੰਦਰ ਬਹੁਤ ਵੱਡੀ ਨਿਰਾਸ਼ਤਾ ਤੇ ਬੜਾ ਵੱਡਾ ਵਿਰੋਧ ਤੇ ਰੋਸ ਪੈਦਾ ਹੋ ਰਿਹਾ। ਇਸ ਗੱਲ ਲਈ ਸਾਨੂੰ ਸਮਝ ਲੈਣਾ ਚਾਹੀਦਾ ਜੀ। ਇੱਕ ਹੋਰ ਸਰ ਇੱਕ ਮਾਪਦੰਡ ਵਰਤ ਲਿਆ ਜਾਂਦਾ ਜਦੋਂ ਕਿਹੋ ਜਿਹੀ ਘਟਨਾ ਸਾਹਮਣੇ ਆ ਗਈ ਤੇ ਨਾਲ ਦੀ ਨਾਲ ਕਹਿ ਦਿੰਦੇ ਅਸੀਂ ਮਾਫੀ ਮੰਗਦੇ ਹਾਂ। ਕੀ ਇਸ ਵਾਰ ਵੀ ਮਾਫੀ ਮੰਗ ਕੇ ਛੱਡ ਦਿੱਤਾ ਜਾਵੇਗਾ ਜਾਂ ਕੋਈ ਠੋਸ ਕਾਰਵਾਈ ਤੇ ਇਸ ਦੇ ਨਾਲ ਹੀ ਕੋਈ ਨਿਯਮ ਬਣਾਉਣ ਲਈ ਜ਼ੋਰ ਪਾਇਆ ਜਾਏਗਾ? ਦੇਖੋ, ਅਸੀਂ ਤਾਂ ਇਸ ਗੱਲ ਲਈ ਪ੍ਰਧਾਨ ਜੀ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੱਦੇਨਜ਼ਰ ਰੱਖਦੇ ਹਾਂ, ਕਾਰਵਾਈ ਕਰਨ ਵਾਸਤੇ ਅਸੀਂ ਮਨ ਬਣਾ ਚੁੱਕੇ ਹਾਂ ਜੀ। ਉਹਨਾਂ ਦਾ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਬਾਅਦ ਚ ਵਿਚਾਰਿਆ ਜਾਏਗਾ। ਉਹ ਮਾਫੀ ਮੰਗਦੇ ਆ, ਕੀ ਕਰਦੇ ਆ, ਫਲਾਨਾ ਕਰਦੇ ਆ, ਪਰ ਦੇਖੋ ਕਿੰਨੀ ਵੱਡੀ ਪੱਧਰ ਤੇ ਉਸ ਦਾ ਜਿਹੜਾ ਟ੍ਰੇਲਰ ਜਾ ਚੁੱਕਿਆ, ਜਿਹੜਾ ਸਾਡੇ ਜਜ਼ਬਾਤਾਂ ਨਾਲ ਖਿਲਵਾੜ ਹੋ ਚੁੱਕਿਆ, ਉਹਦਾ ਜਵਾਬ ਕੌਣ ਦੇਵੇਗਾ? ਸੋ ਇਸ ਕਰਕੇ ਇਸ ਗੱਲ ਲਈ ਠੋਸ ਕਾਰਵਾਈ ਵਾਲੇ ਪਾਸੇ ਸ਼੍ਰੋਮਣੀ ਕਮੇਟੀ ਤੁਰ ਰਹੀ ਆ। ਅਸੀਂ ਫਿਰ ਸਮੁੱਚੀ ਸੰਗਤ ਨੂੰ ਤੇ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਵੇ, ਕਿਉਂਕਿ ਇਹ ਮਾਮਲਿਆਂ ਨੂੰ ਠੱਲਣਾ ਤੇ ਇਸ ਮਾਮਲੇ ਦਾ ਵਿਰੋਧ ਕਰਨਾ ਸਾਡਾ ਸਿੱਖੀ ਤੌਰ ਤੇ ਇੱਕ ਫਰਜ਼। ਜੀ ਸਰ, ਇੱਕ ਤੁਸੀਂ ਸੈਂਸਰ ਬੋਰਡ ਦੀ ਗੱਲ ਕੀਤੀ ਸੀ, ਜਾਂਦੇ ਜਾਂਦੇ ਮੈਂ ਫਿਰ ਉਹ ਜੇ ਸਵਾਲ ਕਰਾਂ ਕਿ ਉਸ ਨੂੰ ਲੈ ਕੇ ਵੀ ਸੈਂਸਰ ਬੋਰਡ ਵਿੱਚ ਕੋਈ ਸਿੱਖ ਜ਼ਰੂਰ ਹੋਵੇ ਜਿਹੜਾ ਕਿ ਸਿੱਖ ਭਾਵਨਾਵਾਂ ਦੇ ਨਾਲ ਇਹੋ ਜਿਹਾ ਖਿਲਵਾੜ ਨਾ ਹੋਵੇ, ਉਹਦੇ ਬਾਰੇ ਕੋਈ ਯਤਨ? ਬਿਲਕੁਲ ਸਹੀ ਗੱਲ ਕੀਤੀ ਹੈ। ਜਿਹੜਾ ਮਤਾ ਵੀ ਮੈਂ ਤੁਹਾਨੂੰ ਇਸੇ ਕਰਕੇ ਦਿਖਾਇਆ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਇਸ ਗੱਲ ਲਈ ਬਹੁਤ ਵਾਰ ਕਹਿ ਚੁੱਕੇ ਹਾਂ। ਅਸੀਂ ਨਹੀਂ ਕਹਿੰਦੇ ਕਿ ਇਕੱਲਾ ਸਿੱਖਾਂ ਦਾ ਹੀ ਉੱਥੇ ਬਿਠਾਇਆ ਜਾਵੇ, ਸਾਰੇ ਧਰਮਾਂ ਦੇ ਨੁਮਾਇੰਦੇ ਜਿਹੜੇ ਆ ਉੱਥੇ ਉਹਨਾਂ ਦੇ ਨੁਮਾਇੰਦੇ ਬਿਠਾਏ ਜਾਣ, ਬਾਅਦ ਵਿੱਚ ਰੌਲਾ ਪੈਣ ਦੀ ਬਜਾਏ, ਕਿਉਂਕਿ ਇਹ ਵੈਸੇ ਹੀ ਸ਼ਰਮਨਾਕ ਆ ਕਿ ਕਿਸੇ ਵੀ ਧਰਮ ਦਾ ਖਿਲਵਾੜ ਕਰਕੇ ਫਿਲਮ ਦੀ ਪ੍ਰਮੋਸ਼ਨ, ਇਹ ਵਪਾਰ ਜਿਹੜਾ ਵਾ ਧਰਮ ਦਾ ਖਿਲਵਾੜ ਕਰਕੇ ਵਪਾਰ ਕਰਨਾ, ਇਹਦਾ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਹੈਗਾ। ਸੋ ਸਰਕਾਰਾਂ ਨੂੰ ਇਸ ਗੱਲ ਲਈ ਧਿਆਨ ਦੇਣਾ ਚਾਹੀਦਾ। ਖਾਸ ਤੌਰ ਤੇ ਅਸੀਂ ਮੋਦੀ ਸਾਹਿਬ ਨੂੰ ਇਹ ਗੱਲ ਕਹਿੰਦੇ ਆ ਕਿ ਉਹਨਾਂ ਤੋਂ ਇਸ ਗੱਲ ਦੀ ਆਸ ਹੈ, ਕਿਉਂਕਿ ਆਪਣੇ ਆਪ ਦੇ ਵਿੱਚ ਇੱਕ ਧਰਮ ਦੇ ਕਹਿੰਦੇ ਆਸਥਾ ਰੱਖਣ ਵਾਲੇ ਲੋਕ ਦਿਖਾਈ ਦੇ ਰਹੇ। ਜੀ ਬਹੁਤ ਧੰਨਵਾਦ ਸਰ। ਸੋ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਗੁਰਚਰਨ ਸਿੰਘ ਜੀ ਗਰੇਵਾਲ।